ਤੁਹਾਨੂੰ ਕੀ ਲੱਗਦਾ ਮੋਦੀ ਨੂੰ ਅਮਰਿੰਦਰ ਦਾ ਨਹੀਂ ਪਤਾ ਕਿ ਇਹਦੇ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਕਿੰਨੇ ਆਫਸ਼ੋਰ ਅਕਾਊਂਟਸ ਨੇ? ਇਹ ਕਦੀ ਹੋ ਸਕਦਾ ਯਾਰ ਕਿ 5 ਸਾਲ ਹੋਣ ਤੇ ਬਹਿਬਲ ਕਲਾਂ ਗੋਲੀकांड ਦੇ ਬੰਦੇ ਨਾ ਫੜੇ ਜਾਣ ਯਾਰ? ਲੈ ਵੀ ਆ ਸੈਣੀ ਦੇ ਖਿਲਾਫ ਹੁਣ ਪਰਚਾ ਦਰਜ ਹੋਇਆ। ਸੁਖਬੀਰ ਨੂੰ ਮੈਂ ਇੱਕ ਦਿਨ ਚੁਣੌਤੀ ਦਿੱਤੀ, ਮੈਂ ਕਹਾਂਗਾ ਕਿ ਸੈਣੀ ਤੇਰਾ ਕੱਖ ਨਾ ਰਹੇ, ਨਹੀਂ ਨਾ ਕਹਿ ਸਕਿਆ। ਅਕਾਲੀ ਦਲ ਦੀ ਸਰਕਾਰ ਹੋਵੇ, ਅਖਾਉਂਦੀ ਹੋਵੇ ਪੰਥਕ ਸਰਕਾਰ, ਤੇ ਯਾਰ ਉਹ ਸਾਰੇ ਅਫਸਰ ਛੱਡ ਕੇ 7 ਅਫਸਰ ਟਪਾ ਕੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਲਾਉਣ, ਜਿਹੜਾ ਚੱਡੇ ਪਾੜਦਾ ਸਾਡੇ ਨੌਜਵਾਨਾਂ ਦੇ। ਇਹ ਜਿਹੜਾ ਆਪਣੇ ਤੇ ਵਾਰ-ਵਾਰ ਹਮਲੇ ਹੋ ਰਹੇ ਆ, ਇਹ ਕੋਈ ਐਵੇਂ ਅਚਾਨਕ ਨਹੀਂ ਹੋ ਰਹੇ। ਜਿਹੜੇ ਲੋਕ ਥੋੜਾ ਜਿਹਾ ਇਤਿਹਾਸ ਨਾਲ ਵਾਕਫੀਅਤ ਰੱਖਦੇ ਆ, ਪਿਛੋਕੜ ਨੂੰ ਜਾਣਦੇ ਆ, ਇਹ ਇੱਕ ਕਿਸਮ ਦੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਹੋ ਰਹੇ ਨੇ। ਆਪਾਂ ਅਬਦਾਲੀਆਂ, ਦੁਰਾਨੀਆਂ, ਮੁਗਲਾਂ ਦੇ ਨਾਲ ਲੜਾਈ ਸਾਡੀ ਨਹੀਂ ਸੀਗੀ, ਲੇਕਿਨ ਜਦੋਂ ਉਹ ਦੇਸ਼ ਦੀਆਂ ਔਰਤਾਂ ਚੱਕ ਕੇ ਲਿਜਾ ਕੇ ਤੇ ਬਾਜ਼ਾਰ ਵਿੱਚ ਟਕੇ ਦੀ ਉਹਨਾਂ ਦੀ ਇੱਜ਼ਤ ਵੇਚਦੇ ਸੀਗੇ, ਉਦੋਂ ਸਾਡੇ ਪੁਰਖਿਆਂ ਨੇ ਉਹਨਾਂ ਦੇ ਘੋੜਿਆਂ ਦੀਆਂ ਲਗਾਮਾਂ ਫੜੀਆਂ। ਕਾਬੁਲ ਦੀਆਂ ਕੰਧਾਂ ਤੱਕ ਸਾਡਾ ਰਾਜ ਸੀਗਾ। ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਦਿੱਲੀ ਦੇ ਤਖਤ ਹੈ ਨਾ, ਉਹਨਾਂ ਨੂੰ ਪਤਾ ਵਾ ਕਿ ਜਿਸ ਦਿਨ ਵੀ ਇਸ ਦੇਸ਼ ਵਿੱਚ ਕੋਈ ਬਗਾਵਤ ਕਰਨ ਦੀ ਸੁਰ ਤੇ ਹਿੰਮਤ ਰੱਖਦਾ, ਉਹ ਪੰਜਾਬੀ ਤੇ ਸਿੱਖ ਰੱਖਦੇ ਨੇ। ਇਸ ਕਰਕੇ ਤੁਹਾਨੂੰ ਬਕਾਇਦਾ ਤੌਰ ਤੇ ਵਿਉਂਤਬੰਦੀ ਤੋਂ ਨਾਲ 73 ਸਾਲ ਦੀ ਆਜ਼ਾਦੀ ਤੋਂ ਸਾਨੂੰ ਦੁਬਾਰਾ ਸਬਕ ਸਿਖਾਇਆ ਜਾ ਰਿਹਾ, ਸਾਨੂੰ ਟਾਰਗੇਟ ਬਣਾਇਆ ਜਾ ਰਿਹਾ, ਸਾਨੂੰ ਮਿੱਥ ਕੇ ਸਾਨੂੰ ਕਮਜ਼ੋਰ ਸਾਡਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਚੋਂ ਹਜ਼ਾਰਾਂ ਲੱਖਾਂ ਦੀ ਤਾਦਾਦ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਕਹਿਣ ਤੇ ਚਲੇ ਗਈਆਂ ਕਿ ਚਲੋ ਕੋਈ ਗੱਲ ਨਹੀਂ, ਸਾਨੂੰ ਸੱਦਿਆ। ਪੀਸਫੁਲ ਐਜੀਟੇਸ਼ਨ ਦੇ ਮਾਹਰ, ਉਹਨੂੰ ਲੀਡ ਕਰਨ ਵਾਲੇ ਲੋਕ ਕਿੱਡੇ ਸਾਦੇ ਲੋਕ ਨੇ, ਉਹਨਾਂ ਦੇ ਕਹਿਣ ਤੇ ਉੱਥੇ ਚਲੇ ਗਏ। ਉੱਥੇ ਮੰਤਰੀ ਜੀ ਬੈਠੇ ਸੀ ਵੀਡੀਓ ਦੇ ਉੱਤੇ, ਉਹਨੂੰ ਲੈਕਚਰ ਕਰਕੇ ਆਪ ਭੱਜ ਗਿਆ ਉੱਥੋਂ। ਤੋਹੀਨ ਕੀਤੀ ਸਾਡੀ ਉਹਨਾਂ ਨੇ। ਤੁਹਾਡਾ ਕੀ ਖਿਆਲ ਹੈ ਕਿ ਮੋਦੀ ਤੇ ਕਾਂਗਰਸ ਸਰਕਾਰ ਨੂੰ ਪਤਾ ਨਹੀਂ ਸੀਗਾ ਕਿ ਬਾਦਲਾਂ ਨੇ ਕਿੰਨਾ ਭ੍ਰਿਸ਼ਟਾਚਾਰ ਕੀਤਾ ਵਾ, ਕਿੰਨੀਆਂ ਬੱਸਾਂ ਬਣਾਈਆਂ ਨੇ, ਕਿੰਨੇ ਹੋਟਲ ਬਣਾਏ ਨੇ, ਕਿੰਨੀਆਂ ਜਾਇਦਾਦਾਂ ਵਿਦੇਸ਼ਾਂ ਵਿੱਚ ਬਣਾਈਆਂ ਨੇ? ਜੇ ਕੇਂਦਰ ਸਰਕਾਰ ਵਾਕਈ ਹੀ ਸੰਜੀਦਾ ਹੈ ਕਿਸਾਨਾਂ ਦੇ ਪ੍ਰਤੀ ਔਰ ਸਾਰੇ ਦੇਸ਼ ਦੇ ਕਿਸਾਨਾਂ ਦੇ ਪ੍ਰਤੀ, ਇਹ ਸਾਨੂੰ ਕਿਸੇ ਹੋਰ ਫਸਲ ਦੇ ਉੱਤੇ ਲਾਉਣ। ਰੋਜ਼ ਕਹਿੰਦੇ ਨਾ ਫਸਲੀ ਚੱਕਰ, ਵਿਭਿੰਨਤਾ। ਕੈਪਟਨ ਸਾਹਿਬ ਦੇ ਪਤਾ ਨਹੀਂ ਮੈਂ ਕਿੰਨੇ ਲਾਰੇ ਸੁਣ ਚੁੱਕਾ ਵਾਂ। ਸਾਨੂੰ 50, 55, 60, 70 ਹਜ਼ਾਰ ਰੁਪਏ ਦੀ ਆਮਦਨ ਵਾਲੀ ਕੋਈ ਫਸਲ ਗਾਰੰਟੀਡ, ਔਰ ਸਭ ਕੁਝ ਹੋ ਸਕਦਾ। ਸਾਰਾ ਮਿਡਲ ਈਸਟ, ਆ ਜਿੰਨੀਆਂ ਸਟੇਟਾਂ ਨੇ, ਅਰਬ ਕੰਟਰੀਆਂ ਭੁੱਖੀਆਂ ਨੇ। ਸਾਰਾ ਰੋਟੀ ਪਾਣੀ ਅਨਾਜ ਇੱਕ ਦਾਣਾ ਨਹੀਂ ਹੁੰਦਾ। ਕਿੱਥੋਂ ਮੰਗਾਉਂਦੇ ਨੇ? ਲੈਟਿਨ ਅਮਰੀਕਾ ਤੋਂ, ਸਾਊਥ ਅਮਰੀਕਾ ਤੋਂ। ਕਿੱਥੋਂ ਮੰਗਾਉਂਦੇ ਨੇ? ਅਫਰੀਕਾ ਤੋਂ। ਈਵਨ ਯੂਰਪ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਅਨਾਜ, ਫਲ, ਸਬਜ਼ੀਆਂ, ਫਰੂਟ ਅਫਰੀਕਾ ਤੇ ਲੈਟਿਨ ਅਮਰੀਕਾ ਤੋਂ ਆਉਂਦੀਆਂ ਨੇ। ਇੱਥੇ ਆਪਾਂ ਕੁਝ ਨਹੀਂ ਕਰ ਸਕੇ ਇੰਨੇ ਸਾਲਾਂ 'ਚ। ਕੈਪਟਨ ਸਾਹਿਬ, ਬਾਦਲ ਸਾਹਿਬ, ਤੁਸੀਂ 60, 70 ਸਾਲ ਕਹਿੰਦੇ ਆ ਸਾਡਾ ਤਜਰਬਾ ਵਾ, ਤੁਸੀਂ ਇੱਕ ਫਸਲ ਨਹੀਂ ਲੱਭ ਸਕੇ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਤੁਸੀਂ ਖਰੀਦ ਕੇ ਤੇ ਉਹਨਾਂ ਨੂੰ ਸਹੀ ਮੁੱਲ ਦੇ ਸਕੋ। ਮੇਰੇ ਵੀਰੋ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਉਹ ਧੂੜ ਚੱਟਦੀ ਪਈ ਆ ਮਨਮੋਹਨ ਸਿੰਘ ਦੇ ਵੇਲੇ ਤੋਂ ਲੈ ਕੇ ਅੱਜ ਤੱਕ। ਉਹਨੇ ਕੀ ਕਿਹਾ? ਸਿਰਫ 150 ਗੁਣਾ ਸਾਰੀ ਕਾਸਟ ਕੈਲਕੂਲੇਟ ਕਰਕੇ। ਕੀ ਗਲਤ ਕਿਹਾ ਉਹਨੇ? ਕੁਝ ਨਹੀਂ ਗਲਤ ਕਿਹਾ ਮੇਰੇ ਵੀਰੋ, ਵਾਜਬ ਗੱਲ ਕਹੀ ਆ। ਹੁਣੇ ਹੀ ਝੋਨੇ ਦੀ ਲਵਾਈ ਵਿੱਚ 3,500-4 ਹਜ਼ਾਰ ਰੁਪਇਆ ਲੇਬਰ ਦਾ ਖਰਚਾ ਜ਼ਿਆਦਾ ਆ ਗਿਆ। ਕਿਸੇ ਨੇ ਪਾਉਣਾ ਵਾ ਆਪਣੀ ਇਸ MSP ਦੇ ਵਿੱਚ? ਪਾਊਗਾ ਕੋਈ ਸਰਕਾਰ? ਮੈਨੂੰ ਦੱਸੋ। ਮੈਨੂੰ ਰਾਜਪੁਰੇ ਵਾਲੇ ਹੁਣੇ ਕਹਿੰਦੇ ਸੀਗੇ ਮੰਡੀ 'ਚ ਕਿ ਸਾਡੇ ਕੋਲੋਂ ਜੀ 50 ਰੁਪਏ ਕੁਇੰਟਲ ਦਾ ਕੱਟ ਤਾਂ ਅੱਜ ਹੀ ਲੈ ਰਹੇ ਨੇ, ਕਿਉਂਕਿ ਆੜਤੀਆਂ ਨੂੰ ਡਰਿਆ ਕਿ ਇਹ ਜਿਹੜਾ 2.5% ਸਾਡਾ ਕੱਟਿਆ ਜਾਣਾ, ਅਸੀਂ ਪਹਿਲਾਂ ਕਿਸਾਨਾਂ ਦੇ ਨਾਲ ਗਿੱਟ-ਮਿੱਟ ਕਰਕੇ ਸੈਟਲਮੈਂਟ ਕਰਕੇ ਆਪਣਾ ਪੈਸਾ ਤਾਂ ਅਸੀਂ ਜਿਹੜਾ ਸਿਕਿਉਰ ਕਰਾਈਏ ਭਰਾ। ਇਸੇ ਤਰ੍ਹਾਂ ਹੀ ਟਾਈਮ ਬਹੁਤ ਹੋ ਗਿਆ, ਮੈਂ ਬਹੁਤ ਸਾਰੇ ਲੋਕਾਂ ਨੇ ਬੋਲਣਾ, ਮੈਂ ਕਹਿ ਨਹੀਂ ਕੋਈ ਨਹੀਂ। ਦੇਖੋ ਗੱਲ ਇਹ ਆ, ਮੇਰਾ ਇਹ ਮੰਨਣਾ, ਜਿੰਨਾ ਕਿ ਮੈਂ 25 ਸਾਲ ਤਾਂ ਮੈਨੂੰ ਆਪ ਦੇਖਦਿਆਂ ਨੂੰ ਹੋ ਗਏ। ਮੈਨੂੰ ਉਹਦਾ ਸ਼ੌਂਕ ਸੀਗਾ, ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ, ਸਾਡੇ ਨਾਲ ਇੱਕ ਉਹਨਾਂ ਦਿਨਾਂ 'ਚ ਇਕੱਲੀ ਅੰਗਰੇਜ਼ੀ ਟ੍ਰਿਬਿਊਨ ਆਉਂਦੀ ਹੁੰਦੀ ਸੀਗੀ। ਮੈਂ ਰੋਜ਼ ਲਾਇਬ੍ਰੇਰੀ 'ਚ, ਮੈਂ ਹੋਸਟਲ 'ਚ ਪੜ੍ਹਦਾ ਸੀ, ਮੈਂ ਰੋਜ਼ ਲਾਇਬ੍ਰੇਰੀ ਵਿੱਚ ਜਾ ਕੇ ਅੰਗਰੇਜ਼ੀ ਦੀ ਟ੍ਰਿਬਿਊਨ ਪੜ੍ਹਨੀ। ਮੈਂ ਉਦੋਂ ਤੋਂ 10 ਸਾਲ ਦਾ ਸੀ ਜਦੋਂ ਦਾ ਮੈਂ ਐਮਰਜੈਂਸੀ ਦੇ ਅੱਖਾਂ ਮੇਰੇ ਰੀਲਸ ਪੂਰੀ ਸਾਹਮਣੇ ਆ। ਧਰਮ ਯੁੱਧ ਦਾ ਮੋਰਚਾ, ਇਹ ਸਾਰੇ ਮੋਰਚੇ ਲਗਭਗ, ਕਪੂਰੀ ਦਾ ਮੋਰਚਾ, ਸਭ ਕੁਝ ਨੇੜੇ ਮੇਰੇ ਦਿਮਾਗ ਵਿੱਚ ਇਹ ਸਾਰਾ ਕੁਝ ਯਾਦ ਆ। ਹੁਣ ਸਾਡੇ ਆਗੂ ਜਿਹੜੇ ਨੇ, ਬਦਕਿਸਮਤੀ ਨਾਲ ਮੈਨੂੰ ਕਹਿਣਾ ਪੈਂਦਾ ਕਿ ਆਪਣੇ ਆਗੂ ਕਦੀ ਵੀ ਦੂਰਅੰਦੇਸ਼ ਨਹੀਂ ਸੀਗੇ। ਮਾਸਟਰ ਤਾਰਾ ਸਿੰਘ ਤੋਂ ਲੈ ਕੇ ਬਲਦੇਵ ਸਿੰਘ ਤੋਂ ਲੈ ਕੇ, ਉਹਨਾਂ ਨੂੰ ਕੋਈ ਆਪਣੇ ਲਾਲਚ ਹੋਣਗੇ ਜਾਂ ਉਹਨਾਂ ਦੀ ਕੋਈ ਰਿਸ਼ਤੇਦਾਰੀਆਂ ਹੋਣਗੀਆਂ,
ਔਰ ਉਸ ਤੋਂ ਬਾਅਦ ਜਿੰਨੇ ਬਾਅਦ ਵਿੱਚ ਆਏ ਮੋਰਚੇ ਤਾਂ ਬੜੇ ਲਾਏ, ਸੰਘਰਸ਼ ਤਾਂ ਬੜੇ ਕੀਤੇ। ਆਗੂ ਮੇਰੇ ਵੀਰੋ ਉਹ ਹੁੰਦਾ ਜਿਹੜਾ ਕਿਸੇ ਸੰਘਰਸ਼ ਦਾ ਮੁੜ ਕੇ ਕੋਈ ਸਿੱਟਾ ਕੱਢ ਕੇ ਦਿਖਾਵੇ। ਨੈਲਸਨ ਮੰਡੇਲਾ, ਦੱਖਣੀ ਅਫਰੀਕਾ ਦਾ ਰਾਸ਼ਟਰਪਤੀ, 27 ਸਾਲ ਜੇਲ੍ਹ, ਲਗਾਤਾਰ ਸੰਘਰਸ਼, ਉਦੋਂ ਤੱਕ ਨਹੀਂ ਹਟਿਆ, ਟਸ ਤੋਂ ਮਸ ਨਹੀਂ ਹੋਇਆ ਜਦੋਂ ਤੱਕ ਉਸਨੇ ਆਪਣੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਾ ਕੇ ਰੰਗ ਭੇਦ ਦੀ ਸਰਕਾਰ ਖਤਮ ਕਰਕੇ 5 ਸਾਲ ਰਾਜ ਕੀਤਾ ਮੇਰੇ ਵੀਰੋ। ਸਿਰਫ 5 ਸਾਲ ਬਾਅਦ ਛੱਡਤਾ। 50 ਸਾਲ ਦੇ ਅਗਲੇ ਆਗੂ ਕਹਿੰਦਾ ਮੈਂ ਬੁੱਢਾ ਹੋ ਗਿਆ, 75 ਦਾ ਸੀਗਾ, 80 ਦਾ ਹੋ ਕੇ ਕਹਿੰਦਾ ਛੱਡਤਾ। ਮਿਸਟਰ ਮੈਬੇਕੀ 50 ਸਾਲ ਦੇ ਪ੍ਰਾਈਮ ਮਿਨਿਸਟਰ ਨੂੰ ਚੁਣ ਕੇ ਤੇ ਆਪ ਰਿਟਾਇਰ ਹੋ ਗਿਆ ਪੋਲਿਟਿਕਸ ਚੋਂ। ਤਾਜ਼ਾ ਦੇਸ਼ਾਂ ਵਿੱਚ ਜਿਹੜਾ ਵੱਡਾ ਪਰਿਵਰਤਨ ਲਿਆਂਦਾ, ਤੁਰਕੀ ਦੀ ਸਟੋਰੀ ਬਹੁਤ ਇੰਪੋਰਟੈਂਟ ਆ। ਮੁਸਤਫਾ ਕਮਾਲ, ਉਹਦਾ ਇੱਕ ਵਾਰੀ ਦੇਖੋ ਪੜ੍ਹ ਕੇ ਕਿੱਦਾਂ ਦੇ ਆਗੂ ਨੇ। ਉਹਨਾਂ ਨੇ ਦੇਸ਼ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਗਏ ਮੇਰੇ ਵੀਰੋ। ਆ ਦੁਬਈ ਬਹੁਤ ਦੂਰ ਨਹੀਂ, ਆਪਣੇ ਬੱਚੇ ਜਾਂਦੇ ਨੇ। ਅੱਜ ਤੋਂ 20-25 ਸਾਲ ਪਹਿਲਾਂ ਸਾਡੀ ਕਰੰਸੀ ਉੱਥੇ ਹਾਵੀ ਸੀਗੀ, ਹੁਣ ਉਹ ਸਾਡੇ ਨਾਲੋਂ ਕਈ ਗੁਣਾ ਅੱਗੇ ਨੇ। ਲਗਭਗ ਵੈਸਟਰਨ ਮਾਡਲ ਅਮਰੀਕਾ ਦੇ ਬਰਾਬਰ ਦੁਬਈ ਨੂੰ ਉਹ ਚੱਕ ਕੇ ਲੈ ਗਈ। ਇੱਕੋ ਬੰਦਾ, ਇੱਕ ਸ਼ੇਖ ਉੱਥੋਂ ਦਾ, ਉੱਥੇ ਕੋਈ ਵੋਟਾਂ ਦਾ ਰਾਜ ਹੈ ਨਹੀਂਗਾ ਮੇਰੇ ਵੀਰੋ, ਇੱਕ ਆਦਮੀ ਚੱਕ ਕੇ ਲੈ ਗਿਆ ਉੱਥੇ। ਇਹਨਾਂ ਨੂੰ ਕਹਿੰਦੇ ਨੇ ਆਗੂ। ਸਾਡੇ ਤਾਂ ਯਾਰ ਇੱਥੇ ਸੌਦੇ ਹੁੰਦੇ ਨੇ, ਬੇਈਮਾਨੀਆਂ ਕਰਦੇ ਨੇ। ਔਰ ਮੈਂ ਜਿਹੜੀ ਕਹਿ ਰਿਹਾ ਸੀ ਵਿਤਕਰੇ ਦੀ ਨੀਤੀ ਆ ਜਿਹੜੀ, ਉਹਨਾਂ ਨੂੰ ਨਾ ਦਿੱਲੀ ਵਾਲਿਆਂ ਨੂੰ ਸਾਡੇ ਤੇ ਤਸ਼ੱਦਦ ਕਰਨ ਲਈ, ਸਾਡੇ ਤੇ ਜ਼ੁਲਮ ਕਰਨ ਲਈ, ਸਾਡੇ ਤੇ ਬੇਇਨਸਾਫੀ ਕਰਨ ਲਈ ਬੰਦੇ ਚਾਹੀਦੇ ਨੇ। ਉਹ ਸਿੱਧਾ ਨਹੀਂ ਕਰਦੇ, ਆਪਣੇ ਵਿੱਚੋਂ ਹੀ ਬੰਦੇ ਬਕਾਊ ਹੁੰਦੇ ਨੇ ਉਹਨਾਂ ਏਜੰਟਾਂ ਦੇ ਰਾਹੀਂ। ਔਰ ਪੰਜਾਬ ਤੇ ਜੰਮੂ ਕਸ਼ਮੀਰ ਇਹੋ ਜਿਹੀਆਂ ਦੋ ਸਟੇਟਾਂ, ਇੱਥੇ ਕੋਈ ਮੁੱਖ ਮੰਤਰੀ ਇਸੇ ਸਿਸਟਮ ਦੇ ਵਿੱਚ, ਕੋਈ ਮੁੱਖ ਮੰਤਰੀ ਉਹਨਾਂ ਦੀ ਮਰਜ਼ੀ ਤੋਂ ਬਗੈਰ, ਏਜੰਸੀਆਂ ਦੀ ਕਲੀਅਰੈਂਸ ਤੋਂ ਬਗੈਰ ਨਹੀਂ ਬਣ ਸਕਦਾ ਮੇਰੇ ਵੀਰੋ। ਔਰ ਆ ਦੋ ਤਾਜ਼ੇ ਪਰਿਵਾਰ ਜਿਨ੍ਹਾਂ ਨੇ ਮੇਰਾ ਹੁਣ ਵਾਲ ਸਾਰੇ ਚਿੱਟੇ ਹੋ ਗਏ, ਤਕਰੀਬਨ ਬੁੱਢਾ ਹੀ ਹੋਣ ਲੱਗਿਆ ਮੈਂ। ਮੇਰੇ ਦੇਖਦਿਆਂ ਦੋ ਟੱਬਰਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਮੇਰੇ ਵੀਰੋ। ਇਹ ਉਹਨਾਂ ਦੇ ਏਜੰਟ ਨੇ। ਤੁਹਾਡਾ ਕੀ ਖਿਆਲ ਹੈ ਕਿ ਮੋਦੀ ਤੇ ਕਾਂਗਰਸ ਸਰਕਾਰ ਨੂੰ ਪਤਾ ਨਹੀਂ ਸੀਗਾ ਕਿ ਬਾਦਲਾਂ ਨੇ ਕਿੰਨਾ ਭ੍ਰਿਸ਼ਟਾਚਾਰ ਕੀਤਾ ਵਾ, ਕਿੰਨੀਆਂ ਬੱਸਾਂ ਬਣਾਈਆਂ ਨੇ, ਕਿੰਨੇ ਹੋਟਲ ਬਣਾਏ ਨੇ, ਕਿੰਨੀਆਂ ਜਾਇਦਾਦਾਂ ਵਿਦੇਸ਼ਾਂ ਵਿੱਚ ਬਣਾਈਆਂ ਨੇ? ਤੁਹਾਨੂੰ ਕੀ ਲੱਗਦਾ ਮੋਦੀ ਨੂੰ ਅਮਰਿੰਦਰ ਦਾ ਨਹੀਂ ਪਤਾ ਕਿ ਇਹਦੇ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਕਿੰਨੇ ਆਫਸ਼ੋਰ ਅਕਾਊਂਟਸ ਨੇ? ਇਹਦੇ ਜਵਾਈ ਨੇ ਸੰਭੋਲੀ ਸ਼ੂਗਰ ਵਿੱਚ 100 ਕਰੋੜ ਰੁਪਏ ਦਾ ਗਮਨ ਕਰਕੇ ਜਿਹੜਾ ਰੱਖਿਆ, ਉਹਨਾਂ ਨੇ ਫਾਈਲ ਬਣਾ ਕੇ ਆਪਣੇ ਕੋਲ ਰੱਖੀ ਹੋਈ ਆ। ਉਹਨਾਂ ਨੂੰ ਸਭ ਨੂੰ ਪਤਾ ਵਾ ਕਿ ਇਸ ਨੇ ਇੱਕ ਪਾਕਿਸਤਾਨ ਦੀ ਔਰਤ ਆਪਣੇ ਘਰ ਵਿੱਚ ਰੱਖਣੀ ਇਹਦੀ ਮਜਬੂਰੀ ਆ। ਇਹਨਾਂ ਦੇ ਰਾਹੀਂ ਆਪਣੇ ਖਿਲਾਫ ਉਹ ਤਸ਼ੱਦਦ ਕਰਾਉਂਦੇ ਨੇ, ਇਹ ਉਹਨਾਂ ਦੇ ਏਜੰਟ ਬਣਦੇ ਨੇ। ਤੁਸੀਂ ਮੈਨੂੰ ਦੱਸੋ, ਬੈਠੇ ਨੇ ਸਾਰੇ ਸਾਡੇ ਸਤਿਕਾਰਯੋਗ ਸੰਪਰਦਾਵਾਂ ਬੈਠੀਆਂ ਸੰਤਾਂ ਦੀ, ਇਹ ਕਦੀ ਹੋ ਸਕਦਾ ਯਾਰ ਕਿ 5 ਸਾਲ ਹੋਣ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਬੰਦੇ ਨਾ ਫੜੇ ਜਾਣ ਯਾਰ? ਪੁਲਿਸ ਦੀ ਵਰਦੀ, ਪੁਲਿਸ ਦੀ ਬੰਦੂਕ, ਪੁਲਿਸ ਦੀ ਗੋਲੀ, ਬਸ ਇਦਾਂ ਹੀ ਕਰੀ ਜਾਂਦੇ। ਕਦੀ ਸੀਬੀਆਈ ਨੂੰ ਦੇ ਦਿੰਦੇ ਆ, ਕਦੀ SIT ਬਣਾ ਦਿੰਦੇ, ਕਦੀ ਕਮਿਸ਼ਨ ਬਣਾ ਦਿੰਦੇ ਆ, ਕਦੀ ਕਹਿੰਦੇ ਮੈਂ ਲੱਭ ਰਿਹਾ ਵਾਂ, ਕੋਈ ਕਹਿੰਦਾ ਮੈਂ ਦੇਖ ਰਿਹਾ ਵਾਂ, ਕੋਈ ਕਹਿੰਦਾ ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਿਆ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਬਾਈਬਲ ਗੋਲੀ ਚਲਾਈ, ਉਹਨਾਂ ਦਾ ਕੱਖ ਨਾ ਰਹੇ। ਲੈ ਵੀ ਆ ਸੈਣੀ ਦੇ ਖਿਲਾਫ ਹੁਣ ਪਰਚਾ ਦਰਜ ਹੋਇਆ। ਸੁਖਬੀਰ ਨੂੰ ਮੈਂ ਇੱਕ ਦਿਨ ਚੁਣੌਤੀ ਦਿੱਤੀ, ਮੈਂ ਕਹਾਂਗਾ ਕਿ ਸੈਣੀ ਤੇਰਾ ਕੱਖ ਨਾ ਰਹੇ, ਨਹੀਂ ਨਾ ਕਹਿ ਸਕਿਆ। ਸੈਣੀ ਕੌਣ ਆ? ਸੈਣੀ ਇੱਕ ਦਮਨ ਦਾ, ਇੱਕ ਜ਼ੁਲਮ ਦਾ ਇੱਕ ਚਿੰਨ੍ਹ ਆ। KPS ਗਿੱਲ, ਸੈਣੀ ਤੇ ਰੁਬੇਰੋ। ਅਕਾਲੀ ਦਲ ਦੀ ਸਰਕਾਰ ਹੋਵੇ, ਅਖਾਉਂਦੀ ਹੋਵੇ ਪੰਥਕ ਸਰਕਾਰ, ਤੇ ਯਾਰੋ ਸਾਰੇ ਅਫਸਰ ਛੱਡ ਕੇ 7 ਅਫਸਰ ਟਪਾ ਕੇ DGP ਸੁਮੇਧ ਸਿੰਘ ਸੈਣੀ ਨੂੰ ਲਾਉਣ, ਜਿਹੜਾ ਚੱਡੇ ਪਾੜਦਾ ਸਾਡੇ ਨੌਜਵਾਨਾਂ ਦੇ, ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੈਂਕੜੇ ਘਰ ਉਜਾੜ ਦਿੱਤੇ। ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ, ਓਏ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਆ ਕੈਪਟਨ ਸਾਹਿਬ 5 ਸਾਲ ਪੌਣੇ 4 ਸਾਲ ਹੋ ਗਏ ਨੇ, ਮੈਂ ਐਂ ਕਰ ਦੂੰਗਾ, ਮੈਂ ਇਉਂ ਕਰ ਦੂੰਗਾ, ਕੀਤਾ ਕੁਛ? ਦੱਸਿਓ ਮੈਨੂੰ ਜ਼ਰਾ। ਸਵਾਏ ਗੱਲਾਂ ਬਾਤਾਂ ਤੋਂ, ਖੋਖਲੀਆਂ ਗੱਲਾਂ। ਇਹ ਤਾਂ ਉਹਨੂੰ ਫਾਇਦਾ ਪਤਾ ਕਿਹੜੀ ਗੱਲ ਦਾ ਹੋ ਰਿਹਾ। ਆਪਾਂ ਖਿਲਰੇ ਹੋਏ ਆ ਸਾਰੇ, ਕੋਈ ਇੱਧਰ ਪੀਪਣੀ ਵਜਾ ਰਿਹਾ, ਕੋਈ ਇੱਧਰ ਪੀਪਣੀ ਵਜਾ ਰਿਹਾ, ਕੋਈ ਉੱਧਰ ਵਜਾ ਰਿਹਾ। ਜਿੱਦਣ ਪੰਜਾਬ ਦੇ ਲੋਕ, ਆ ਤੁਸੀਂ ਜਿਹੜੇ ਬੈਠੇ ਹੋ ਸਾਰੇ, ਲੀਡਰ ਨਹੀਂ ਕਹਿ ਰਿਹਾ ਮੈਂ ਤੁਹਾਨੂੰ, ਲੀਡਰਾਂ ਨੇ ਆਪੇ ਤੁਹਾਡੇ ਮਗਰ ਇਕੱਠੇ ਹੋ ਜਾਣਾ। ਤੁਹਾਨੂੰ ਮੇਰੀ ਗੱਲ ਸੁਣ ਲਿਓ ਚੰਗੀ ਤਰ੍ਹਾਂ ਨਾਲ। ਜਿੱਦਣ ਤੁਸੀਂ ਸਾਰੇ ਇਕਮੁੱਠ ਹੋ ਕੇ ਇਕੱਠੇ ਹੋ ਗਏ, ਇਹ ਤੁਹਾਡੇ ਪੈਰਾਂ ਵਿੱਚ ਨਾ ਆਣ ਕੇ ਡਿੱਗਣਗੇ ਨਾ, ਤੇ ਦਿੱਲੀ ਦੀ ਸਰਕਾਰ ਵੀ ਤੁਹਾਡੀਆਂ ਹੱਕੀ ਮੰਗਾਂ ਨੇ। ਕਿਉਂਕਿ ਹੁਣ ਆਪਾਂ ਦੇਖੋ ਇਸ ਸਿਸਟਮ ਦੇ ਵਿੱਚ ਰਹਿ ਕੇ ਮੰਗਣਾ ਨਾ ਆਪਣਾ ਸਭ ਕੁਝ। ਹੁਣ ਆਪਾਂ ਜਿਹੜਾ ਗਿਵਨ ਸਿਸਟਮ ਹੈ, ਜਿਹੜਾ ਆਪਾਂ ਨੂੰ ਇੱਕ ਦਾਇਰੇ ਦੇ ਵਿੱਚ ਰੱਖਤਾ ਉਹਨਾਂ ਨੇ ਕਿ ਵੋਟ ਰਾਜ ਦੇ ਵਿੱਚ ਤੁਸੀਂ ਇਸ ਸੰਵਿਧਾਨ ਦੇ ਅੰਦਰ ਚੋਣਾਂ ਲੜ ਕੇ ਆਪਣੀਆਂ ਸਰਕਾਰਾਂ ਬਣਾਉਣੀਆਂ। ਘੱਟੋ ਘੱਟ ਸਰਕਾਰਾਂ ਹੀ ਚੰਗੀਆਂ ਬਣਾ ਲਈਏ ਯਾਰ, ਜਿਹੜੀਆਂ ਸਾਨੂੰ ਹੀ ਨਾ ਮਾਰਨ, ਜਿਹੜੇ ਸਾਡੇ ਬੱਚੇ ਚੱਕ ਕੇ ਆ ਯੂਆਪਾ। ਹੁਣ 47 ਕੇਸ ਦਰਜ ਕੀਤੇ ਨੇ ਅਮਰਿੰਦਰ ਸਿੰਘ ਨੇ। ਉੱਦਾਂ ਕਹਿੰਦੇ ਜੀ CBI ਦੀ ਜਾਂਚ ਜੇ ਕੇਂਦਰ ਲਾਉਂਦਾ ਨਾ, ਫਰਜ਼ ਕਰੋ, ਜਾਂ ਅਸੀਂ ਮੰਗਦੇ ਆ ਸਾਧੂ ਸਿੰਘ ਧਰਮਸੋਤ ਦੀ ਠੱਗੀ 'ਚ। ਅਮਰਿੰਦਰ ਕਹਿੰਦਾ ਮੈਂ ਕਦੀ ਵੀ CBI ਨੂੰ ਜਾਂਚ ਨਹੀਂ ਕਰਨ ਦਊਂਗਾ। ਜੇ 150 ਬੰਦਾ ਸ਼ਰਾਬ ਜਾਲੀ ਪੀ ਕੇ ਮਰ ਗਿਆ, ਪੁੱਛਿਆ ਪੱਤਰਕਾਰਾਂ ਨੇ CBI ਦਾ
ਨਹੀਂ ਸੀਬੀਆਈ ਦੀ ਜਾਂਚ। ਤੇ ਜਿੰਨੇ ਆ ਪਿਛਲੇ ਕੁਝ ਦਿਨਾਂ ਤੋਂ ਜੋ ਆਪਾ ਦੇ ਮਾਮਲੇ ਦਰਜ ਹੋਏ, ਕਿਉਂਕਿ ਮੈਂ ਤਾਂ ਉਹਦੇ ਤੇ ਘੋਖ ਕੀਤੀ, ਸਾਰੇ ਮਾਮਲੇ ਚੱਕ ਕੇ ਅਮਰਿੰਦਰ ਸਿੰਘ ਕਿਹਨੂੰ ਦੇ ਰਿਹਾ ਵਾ? ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA। ਕੌਣ ਹੈ NIA? ਅਜੀਤ ਡੋਵਾਲ। ਕੌਣ ਹੈ ਡੋਵਾਲ? ਪ੍ਰਾਈਮ ਮਿਨਿਸਟਰ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਤੁਹਾਨੂੰ ਪਤਾ ਵਾ ਕਿ ਅਮਰਿੰਦਰ ਸਿੰਘ DGP ਨਹੀਂ ਲਾ ਸਕਦਾ ਆਪਣਾ, ਮੁੱਖ ਸਕੱਤਰ ਨਹੀਂ ਆਪਣਾ ਲਾ ਸਕਦਾ। ਜਿਹੜਾ DGP ਦਿਨਕਰ ਗੁਪਤਾ, ਫਿਰ 4-5 ਅਫਸਰ ਟਪਾ ਕੇ ਲਾਇਆ, ਇਹ ਅਜੀਤ ਡੋਵਾਲ ਨੇ ਲਗਵਾਇਆ ਵਾ। ਕਿਉਂ ਲਵਾਇਆ ਵਾ? ਕਿਉਂਕਿ ਉਹਨਾਂ ਨੇ ਕੈਪਟਨ ਸਾਹਿਬ ਨੇ ਕਿੱਥੇ ਰਹਿਣਾ ਵਾ, ਕਿਹਨੂੰ ਰੱਖਣਾ ਵਾ, ਉਹਦੀ ਇਵਜ਼ ਵਿੱਚ। ਫਿਰ ਉਹਦੀ ਘਰਵਾਲੀ ਨੂੰ ਮੁੱਖ ਸਕੱਤਰ ਪੰਜਾਬ, ਫਿਰ ਟਪਾ ਕੇ ਉੱਥੋਂ ਹੁਕਮ ਲੈ ਰਹੇ ਨੇ। ਮੇਰੇ ਵੀਰੋ, ਜਦ ਤੱਕ ਇਦਾਂ ਦੇ ਏਜੰਟ ਲੋਕ ਤੁਹਾਡੀਆਂ ਸੰਘਰਸ਼ਾਂ ਦਾ ਤੇ ਤੁਹਾਡੇ ਜੀਵਨ ਦਾ ਸੌਦਾ ਕਰਦੇ ਰਹਿਣਗੇ, ਉਦੋਂ ਤੱਕ ਪੰਜਾਬ ਦੇ ਵਿੱਚ ਛੇਤੀ ਦੇਖ ਕੇ ਕੁਝ ਬਣਨਾ ਨਹੀਂ। ਬਣਨਾ ਤਾਂ ਬੜਾ ਮੁਸ਼ਕਿਲ ਆ। ਮੈਂ ਤੁਹਾਨੂੰ ਕਹਿ ਰਿਹਾ ਵਾਂ, ਮੈਂ ਬਹੁਤ ਕੁਝ ਦੇਖਣ ਤੋਂ ਉਪਰੰਤ ਸਾਰਾ ਕੁਝ ਕਹਿ ਰਿਹਾ, ਪਰ ਫਿਰ ਵੀ ਜਿੱਦਾਂ ਆਪਾਂ ਨੂੰ ਸਿਖਾਇਆ ਗਿਆ ਨਾ ਕਿ ਆਪਾਂ ਨੂੰ ਲੜਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। SGPC ਸਾਡੀ ਸਿਰਮੌਰ ਜਥੇਬੰਦੀ ਜਿਹੜੀ ਇੰਨਾ ਕੁਝ ਕਰ ਸਕਦੀ ਸੀਗੀ, ਪੈਰਲਲ ਗਵਰਨਮੈਂਟ। SGPC ਦਾ ਫਰਜ਼ ਸੀਗਾ ਕਿ ਕਿਸਾਨ ਬੈਠੇ ਨੇ ਆਪਣੇ ਆਪਣੇ ਗੁਰਦੁਆਰਿਆਂ 'ਚ, ਕਹਿੰਦੇ ਲੰਗਰ ਪਹੁੰਚਾਓ ਇਹਨਾਂ ਲੋਕਾਂ ਨੂੰ। ਲੰਗਰ ਕਿੱਥੇ ਜਾ ਰਿਹਾ ਵਾ? ਬਾਦਲ ਦੀ ਮਾਰਚ ਕੌਣ ਕੱਢ ਰਿਹਾ? 3 ਫੋਟੋਆਂ ਲਾਈਆਂ, ਹਰਸਿਮਰਤ ਕੌਰ, ਸੁਖਬੀਰ ਤੇ ਵਿਕਰਮ ਮਜੀਠੀਆ, ਤਿੰਨੇ ਕੁਰਸੀਆਂ ਤੇ ਬਹਿ ਕੇ, ਟੈਂਪੂ ਤੇ ਚੜ੍ਹ ਕੇ ਬਹਿ ਗਏ। ਤੇ ਮਗਰ ਗੱਡੀਆਂ ਕਿਹੜੀਆਂ ਨੇ? ਲੈਂਡ ਕਰੂਜ਼ਰ 1.5 ਕਰੋੜ ਦੀ, ਫਲਾਨੀ 70 ਲੱਖ ਦੀ, ਫਲਾਨੀ 75 ਲੱਖ ਦੀ। ਘੱਟੋ ਘੱਟ ਗੱਡੀ ਉੱਥੇ ਫੋਰਚੂਨਰ ਤੇ ਫੋਰਡ ਸੀ, 50 35 40 ਲੱਖ ਦੀਆਂ ਗੱਡੀਆਂ। ਮਾਰਚ ਇਹਨਾਂ ਦਾ ਖੇਤੀ ਵਾਲਿਆਂ ਦਾ। ਮੇਰੇ ਵੀਰੋ, ਰਾਹੁਲ ਗਾਂਧੀ ਆਇਆ, ਹੁਣ ਟਰੈਕਟਰ ਮਾਰਚ ਕੱਢਾਂਗੇ ਜੀ। ਵੀ ਪੰਗਾ ਦਾ ਸਾਡਾ ਦਿੱਲੀ ਆ, ਨੈਸ਼ਨਲ ਆਪੋਜੀਸ਼ਨ ਕਾਂਗਰਸ ਆ। ਤੁਸੀਂ ਪਾਰਲੀਮੈਂਟ ਘੇਰੋ ਨਾ, ਤੁਹਾਡਾ ਪਤਾ ਲੱਗੇ ਕਿ ਤੁਸੀਂ ਕਿਸਾਨਾਂ ਦੇ ਵਾਕਈ ਹਿਤੈਸ਼ੀ ਆ। ਇੱਥੇ 3 ਦਿਨ ਟਰੈਕਟਰਾਂ ਦੇ ਗੇੜਾ ਕੱਢ ਕੇ ਕਿਹਦੇ ਖਿਲਾਫ ਕੱਢ ਰਹੇ ਹੋ? ਤੁਹਾਡੀ ਤਾਂ ਸਰਕਾਰ ਯਾਰ ਇੱਥੇ। ਅਮਰਿੰਦਰ ਤਾਂ ਤੁਹਾਡਾ ਬਣਾਇਆ ਹੋਇਆ, ਇੱਕ ਉੱਥੇ ਬਿਠਾਇਆ ਹੋਇਆ ਵਾ। 19 ਤਰੀਕ ਨੂੰ ਅਸੈਂਬਲੀ ਦਾ ਸੈਸ਼ਨ ਆ, ਉਦਣ ਦੇਖਦੇ ਆ ਕਿ ਅਮਰਿੰਦਰ ਸਿੰਘ ਕੀ ਕਹਿੰਦੇ ਨੇ। ਕਈ ਵਾਰ ਹੁੰਦਾ ਸਿਰਫ ਚਾਲ ਚੱਲਣੀ, ਕਈ ਵਾਰ ਆਪਣੇ ਲੀਡਰ ਨਾਲ ਇਦਾਂ ਦੀਆਂ ਗੱਲਾਂ ਗੀਟੀਆਂ ਰੇੜ ਦਿੰਦੇ ਨੇ, ਫਿਰ ਲੋਕੀ ਲੱਗੇ ਰਹਿੰਦੇ ਉਹਦੇ ਤੇ, ਲੱਗੇ ਰਹੋ। ਅਸੂਲਨ ਤਾਂ ਗੱਲ ਇਹ ਆ ਕਿ ਜਿਹੜਾ ਪਾਰਲੀਮੈਂਟ ਨੇ ਲਾਅ ਪਾਸ ਕਰਤਾ, ਪ੍ਰੈਜ਼ੀਡੈਂਟ ਨੇ ਸਾਈਨ ਕਰਤਾ, ਇਟ ਹੈਜ਼ ਬਿਕਮ ਅ ਲਾਅ। ਉਹ ਕਾਨੂੰਨ ਬਣ ਚੁੱਕਾ ਵਾ, ਉਹਨੂੰ ਕੋਈ ਅਸੈਂਬਲੀ ਰੱਦ ਨਹੀਂ ਕਰ ਸਕਦੀ। ਪਰ ਇਹਦੀ ਜਾਨ ਦੇਖੀਏ ਮਾੜੀ ਜੀ ਕਿ ਇਹ ਮਤੇ ਰੱਦ ਕਰਦਾ ਉਹਦੇ। ਜੇ ਰੱਦ ਕਰੂਗਾ ਤੇ ਫਿਰ ਮੈਂ ਸਮਝੂ ਕਿ ਥੋੜੀ ਜੀ ਜਾਨ ਹਲੇ ਸਹਿਕ ਦੇ ਕੈਪਟਨ ਦੇ ਵਿੱਚ ਹੈਗੀ ਆ। ਤੇ ਜੇ ਇਹਨੇ ਮਤੇ ਰੱਦ ਨਾ ਕੀਤੇ ਤੇ ਐਵੇਂ ਵਿਚਲਾ ਕੋ ਰਾਹ ਲੱਭਿਆ। ਰਾਹ ਤਾਂ ਬਹੁਤ ਨੇ। ਮੋਦੀ ਸਾਹਿਬ ਜੇ ਚਾਹਣ, ਆਰਟੀਕਲ 371 ਹੈ ਕਨਸਟੀਟਿਊਸ਼ਨ ਦਾ, ਉਹ ਸਾਡੇ ਪੰਜਾਬ ਨੂੰ ਉਦਾਂ ਹੀ ਇਹਨਾਂ ਕਾਨੂੰਨਾਂ ਤੋਂ ਛੱਡ ਸਕਦਾ। 370 ਧਾਰਾ ਜੰਮੂ ਕਸ਼ਮੀਰ ਦੇ ਕੋਲ ਸੀਗੀ, ਉਹਦੇ 'ਚ ਇਹ ਸੀਗਾ ਕਿ ਲੋਕ ਸਭਾ ਵਿੱਚ ਜਦੋਂ ਵੀ ਕੋਈ ਬਿੱਲ ਪਾਸ ਹੁੰਦਾ ਸੀ, ਜਿਹੜਾ ਉੱਥੇ ਲਾਗੂ ਨਹੀਂ ਹੋਣਾ, ਉੱਤੇ ਲਿਖਿਆ ਜਾਂਦਾ ਸੀਗਾ ਕਿ ਇਹ ਕਾਨੂੰਨ ਜੰਮੂ ਕਸ਼ਮੀਰ ਦੀ ਸਟੇਟ ਦੇ ਉੱਤੇ ਲਾਗੂ ਨਹੀਂ ਕੀਤਾ ਜਾਵੇਗਾ। 371 ਵਿੱਚ 10 ਸਟੇਟਾਂ ਅੱਜ ਵੀ, ਗੁਜਰਾਤ ਮੋਦੀ ਦੀ, ਮਹਾਰਾਸ਼ਟਰ, ਗੋਆ, ਸਿੱਕਿਮ, ਅਸਾਮ ਆਲਰੇਡੀ ਇਹ ਸਹੂਲਤਾਂ ਲੈ ਰਹੇ। ਜੇ ਮੋਦੀ ਚਾਹਵੇ ਤਾਂ 1 ਮਿੰਟ 1 ਕਲਮ ਦਾ ਇੱਦਾਂ 1 ਲਫ਼ਜ਼ ਦਾ ਲਿਖਣਾ, ਸਿਰਫ 1 ਲਾਈਨ ਲਿਖਣੀ ਆ ਕਿ ਅਸੀਂ ਪੰਜਾਬ ਨੂੰ ਇਹਨਾਂ ਕਾਲੇ ਕਾਨੂੰਨਾਂ ਤੋਂ ਐਗਜ਼ੈਂਪਟ ਕਰਤਾ, ਕਿਉਂਕਿ ਲੋਕੀ ਇਸ ਦੇ ਨਾਲ ਸਹਿਮਤ ਨਹੀਂ ਗਏ। ਇਸ ਲਈ ਮੇਰੇ ਵੀਰੋ, ਸਤਿਕਾਰਯੋਗ ਭੈਣੋ ਤੇ ਭਰਾਓ, ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਵਾਂ ਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਗੀ। ਹੁਣ ਨੀਅਤ ਸਾਫ਼ ਦੀ ਲੜਾਈ ਲੜਨ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ। ਮੈਂ ਬਿਲਕੁਲ ਛੋਟਾ ਜਿਹਾ ਮੋਹਰਾ ਆਏ ਸਾਰੀ ਖੇਡ ਵਿੱਚ, ਨਿੱਕਾ ਜਿਹਾ। ਮੈਂ ਤੁਹਾਨੂੰ ਇੱਥੋਂ ਕਹਿ ਕੇ ਚੱਲਿਆ, ਸਾਹਮਣੇ ਲੱਗੇ ਨੇ ਲੋਕ, ਕਹਿੰਦੇ ਜੀ ਹਉਮੈ ਨਹੀਂ ਛੱਡਦੇ ਜੀ, ਕੁਰਸੀ ਨਹੀਂ ਛੱਡਦੇ। ਲਓ ਤੁਸੀਂ ਪੰਜਾਬ ਦੇ ਲੋਕ ਇਕੱਠੇ ਕਰੋ ਸਾਰੇ ਜਾਣੇ, ਮੈਨੂੰ ਕਤਾਰ ਦੀ ਅਖੀਰਲੇ ਨੰਬਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੂੰ ਖੜਿਓ। ਮੇਰੀ ਕੋਈ ਇੱਛਾ ਨਹੀਂ ਗੀ, ਨਾ ਮੈਂ ਕੋਈ ਅਹੁਦਾ ਚਾਹਾਂ, ਨਾ ਮੈਂ ਕੋਈ ਕੁਰਸੀ ਚਾਹਾਂ। ਬਾਕੀ ਲੀਡਰਾਂ ਤੋਂ ਵੀ ਕੈਮਰੇ ਦੇ ਉੱਤੇ ਘਵਾਓ ਤੇ ਇਹਨਾਂ ਨੂੰ ਅੱਗੇ ਲੈ ਕੇ ਆਓ। ਰੀਜਨਲ ਪਾਰਟੀ, ਅਖੀਰਲੀ ਗੱਲ ਕਹਿ ਕੇ ਚੱਲਿਆ ਕਿਉਂਕਿ ਬਹੁਤ ਸਾਰੇ ਬੋਲਣਾ ਸਾਰਿਆਂ ਨੇ ਹਲੇ। ਅੱਜ ਪੰਜਾਬ ਦੇ ਵਿੱਚ ਲੋੜ ਕਿਹੜੀ ਚੀਜ਼ ਦੀ ਆ? ਤੁਹਾਨੂੰ ਕੇਂਦਰੀ ਪਾਰਟੀਆਂ ਨਹੀਂ ਬਚਾ ਸਕਦੀਆਂ। ਉਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਆ, ਉਹਨੇ ਰਾਜਸਥਾਨ 'ਚ ਵੀ ਲੜਨੀ, ਉਹਨੇ ਦਿੱਲੀ 'ਚ ਵੀ ਲੜਨੀ ਆ। ਉਹਨਾਂ ਨੂੰ ਵੀ ਦੇਖਣਾ, ਉਹਨਾਂ ਨੇ ਵੋਟਾਂ ਵੀ ਦੇਖਣੀਆਂ ਵਾ। ਨਾ ਕਾਂਗਰਸ ਲੜ ਸਕੇ, ਬੀਜੇਪੀ ਨੂੰ ਤਾਂ ਆਪਾਂ ਦੇਖ ਹੀ ਲਿਆ ਵਾ। ਅਕਾਲੀ ਦਲ ਇੱਕ ਬਹੁਤ ਵਾਹਦ ਅੱਛੀ ਪਾਰਟੀ ਸੀਗੀ, ਸਾਡੀ ਮਾਂ ਪਾਰਟੀ ਸੀ। ਸਭ ਨੇ ਇਹਦੇ 'ਚ ਹਿੱਸਾ ਪਾਇਆ, ਸਭ ਨੇ ਧਰਨਿਆਂ ਤੇ ਮੋਰਚਿਆਂ 'ਚ ਲੋਕੀ ਤਾਂ ਮਰ ਗਏ, ਸ਼ਹਾਦਤਾਂ ਦਿੱਤੀਆਂ ਨੇ, ਜੇਲਾਂ ਕੱਟੀਆਂ ਕਿੰਨੀ ਦੇਰ। ਹੁਣੇ ਦੱਸ ਕੇ ਗਏ ਕਿ ਮੈਂ, ਜਥੇਦਾਰ ਸਾਹਿਬ ਬੈਠੇ ਨੇ ਸੰਤ ਜੀ, ਕਿ ਮੈਂ 6 ਸਾਲ ਜੋਧਪੁਰ ਜੇਲ੍ਹ ਕੱਟੀ ਆ। ਸੁਖਬੀਰ ਕਹਿੰਦਾ ਮੇਰੇ ਪਿਓ ਨੇ ਜੇਲ੍ਹ। ਜਥੇਦਾਰ ਜੀ ਝੂਠ ਬੋਲਦਾ ਇਹ, ਇਹਨੂੰ ਕਹੋ ਮੈਨੂੰ ਗਿਣਾਵੇ ਕਿੰਨੀ ਜੇਲ੍ਹ ਕੱਟੀ ਬਾਦਲ ਨੇ। ਵੱਧ ਤੋਂ ਵੱਧ 2, 2.5, 3 ਸਾਲ ਦੀ ਜੇਲ੍ਹ ਆ, ਔਰ ਉਹ ਵੀ ਰੈਸਟ ਹਾਊਸਾਂ ਵਿੱਚ ਆ। ਇਹਨਾਂ ਨੇ ਕੱਟੀ ਜੋਧਪੁਰ ਦੀ ਕੱਟੜ ਜੇਲ੍ਹ। ਇਹਨਾਂ ਨੂੰ ਰੱਖਦੇ ਸੀ ਮਹਿਫੂਜ਼
ਆ ਕੋਟੀ ਰੈਸਟ ਹਾਊਸ ਆ ਪਠਾਨਕੋਟ ਦੇ ਰਾਜ, ਨਾਲੇ ਉਹਨੂੰ 2 ਮੁਰਗੇ ਦੇ ਦੇਣੇ ਤੇ ਨਾਲ 2-3 ਹੋਰ ਇਹਨੂੰ ਦੇ ਦੇਣੇ ਕਿ ਖੇਡੀ ਚੱਲ ਇੱਥੇ ਤੇ ਸਾਡੀ ਸਪੋਰਟ ਕਰੀ ਚੱਲੀ ਅੰਦਰੋਂ ਖਾਤੇ। ਅੱਜ ਲੋੜ ਹੈ ਖੇਤਰੀ ਪਾਰਟੀ ਦੀ। ਅਕਾਲੀ ਦਲ ਅਗਰ ਆਪਣੇ ਏਜੰਡੇ ਤੋਂ ਨਾ ਭਟਕਦਾ, ਵੱਧ ਅਧਿਕਾਰਾਂ ਦੀ ਗੱਲ ਨਾ ਛੱਡਦਾ, ਆਨੰਦਪੁਰ ਦੇ ਮਤੇ ਦੀ ਗੱਲ ਨਾ ਛੱਡਦਾ। ਆਨੰਦਪੁਰ ਦਾ ਮਤਾ ਕੋਈ ਵੱਖਵਾਦੀ ਮਤਾ ਨਹੀਂ ਸੀਗਾ, ਸਭ ਤੋਂ ਜ਼ਿਆਦਾ ਡੈਮੋਕ੍ਰੈਟਿਕ ਮਤਾ ਸੀਗਾ। ਸਿਰਫ ਮੀਡੀਆ ਨੇ ਉਸ ਵਕਤ ਸਰਕਾਰ ਨੇ ਉਹਨੂੰ ਬਦਨਾਮ ਕਰਕੇ ਕਹਿਤਾ ਇਹ ਵੱਖਵਾਦੀ ਆ, ਇਹ ਵੱਖਵਾਦੀ। ਯਾਰ ਜਿਹੜਾ ਮਾੜੀ ਜੀ ਯੁਆਪਾ ਦੀ ਗੱਲ ਕਰੇ ਉਹ ਵੱਖਵਾਦੀ, ਜਿਹੜਾ ਮਾੜੀ ਜੀ ਆਪਣੇ ਨੌਜਵਾਨਾਂ ਦੀ ਗੱਲ ਕਰੇ ਖਾਲਿਸਤਾਨੀ। ਇਹਨਾਂ ਨੇ ਸਾਨੂੰ ਨਾ ਡਰਾਉਣ ਦਾ ਚੰਗਾ ਰਾਹ ਲੱਭਿਆ ਹੋਇਆ ਵਾ। ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਭਾਜਪਾ ਤੇ ਆਰਐਸਐਸ ਤੇ ਲਿਖਣ ਤੇ ਬੋਲਣ, ਉਹਨਾਂ ਤੇ ਤਾਂ ਕੋਈ ਵੱਖਵਾਦੀ ਦਾ ਕੋਈ ਲੱਗਦਾ ਨਹੀਂ ਗਾ ਫੱਟਾ। ਇਸ ਲਈ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਰਿਪਲੇਸ ਕਰਕੇ ਭਾਵਾਂ ਤਾਂ ਅੱਛਾ ਅਕਾਲੀ ਦਲ ਹੀ ਬਣਾ ਲਓ ਤੇ ਭਾਵਾਂ ਕੋਈ ਪੰਜਾਬ ਦੀ ਲੋਕਲ ਖੇਤਰੀ ਰੀਜਨਲ ਪਾਰਟੀ ਤਿਆਰ ਕਰੋ ਜਿਹੜੀ ਤੁਹਾਡੇ ਤੇ ਡਟ ਕੇ ਪੈਰਾ ਦੇਵੇ, ਜਿਹੜੀ ਕੰਪਰੋਮਾਈਜ਼ ਨਾ ਕਰੇ। ਕੁਝ ਪਾਰਟੀਆਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਵੀ ਦਿੱਲੀੋਂ ਚੱਲਦੀਆਂ ਨੇ, ਮਾਫ ਕਰਨਾ। ਉਹ ਯੁਆਪਾ ਤੇ ਨਹੀਂ ਬੋਲੇ, ਉਹ ਸੈਣੀ ਦੇ ਖਿਲਾਫ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਨੇ ਇੱਕ ਖਾਸ ਵਰਗ ਦੀ ਵੋਟ ਨੂੰ ਵੀ ਟਾਰਗੇਟ ਕਰਨਾ ਵਾ। ਇਸ ਲਈ ਅੱਜ ਪੰਜਾਬ ਦੇ ਵਿੱਚ ਇਹਦਾ ਜਦ ਤੱਕ ਆਪਾਂ ਇਹ ਨਹੀਂ ਚੱਲਾਂਗੇ ਇਸ ਪਾਸੇ ਵੱਲ ਨੂੰ, ਉਨੀ ਦੇਰ ਤੱਕ ਆਪਣੇ ਮਸਲੇ ਲਟਕਦੇ ਬਹੁਤ ਦੇਰ ਰਹਿਣੇ। ਮੈਂ ਤੁਹਾਨੂੰ ਦੱਸ ਦਿੰਦਾ, ਇਹਦੇ ਲਈ ਲੰਬੀ ਲੜਾਈ, ਇਹ ਛੋਟੀ ਲੜਾਈ ਨਾਲ ਮੁੱਕਣਾ ਨਹੀਂ ਕਿਉਂਕਿ ਬੰਦੇ ਹੀ ਬੜੇ ਬੇਈਮਾਨ ਆ। ਉਹ ਤਾਂ ਲਿਖ ਕੇ ਮੁੱਕਰ ਜਾਂਦੇ। ਜੰਮੂ ਕਸ਼ਮੀਰ ਨੂੰ ਕਨਸਟੀਟਿਊਸ਼ਨਲ ਗਾਰੰਟੀ ਸੀਗੀ, ਲੋਕ ਸਭਾ ਦੇ ਵਿੱਚ ਇੱਕ ਸੰਵਿਧਾਨ 'ਚ ਲਿਖਿਆ ਗਿਆ ਸੀਗਾ ਕਿ ਜੰਮੂ ਕਸ਼ਮੀਰ ਨੂੰ ਇੱਕ ਵੱਖਰਾ ਸਟੇਟਸ, ਅਲੱਗਾ ਝੰਡਾ। ਉਥੋਂ ਦੇ ਚੀਫ ਮਿਨਿਸਟਰ ਨੂੰ ਪਹਿਲਾਂ ਪ੍ਰਾਈਮ ਮਿਨਿਸਟਰ ਕਹਿੰਦੇ ਸੀਗੇ। ਇਹਨਾਂ ਨੇ ਹੌਲੀ ਹੌਲੀ ਉਹਨੂੰ ਖੋਰਾ ਲਾ ਕੇ, ਅੰਦਰੋਂ ਖੋਰਾ ਲਾ ਕੇ ਉਹ 2 ਟੋਟੇ ਕਰਕੇ ਉਹ ਮਾਰ ਕੇ ਸੁੱਟਿਆ ਹੋਇਆ ਮੇਰੇ ਵੀਰੋ। ਇਸ ਲਈ ਆਓ ਸਾਰੇ ਇਕੱਠੇ ਹੋਈਏ, ਛੋਟੀਆਂ ਛੋਟੀਆਂ ਗੱਲਾਂ ਛੱਡਣ ਤੋਂ ਬਾਅਦ ਸਾਰੇ ਇਕੱਠੇ ਹੋ ਕੇ ਤੇ ਪੰਜਾਬ ਇੱਕ ਖੇਤਰੀ ਪਾਰਟੀ ਵੱਲ ਨੂੰ ਸੋਚੋ, ਉਹਦੇ ਵੱਲ ਨੂੰ ਦਿਮਾਗ ਲਾਓ ਤੇ ਚੰਗੇ ਬੰਦੇ। ਤੁਹਾਡਾ ਕੀ ਖਿਆਲ ਹੈ ਪੰਜਾਬ ਦੇ ਵਿੱਚ ਕੋਈ ਹੁਨਰ ਦੀ ਕਮੀ ਆ, ਕੋਈ ਲੀਡਰਸ਼ਿਪ ਦੀ ਕਮੀ ਆ, ਕੋਈ ਪੜ੍ਹੇ ਲਿਖੇ ਬੰਦਿਆਂ ਦੀ ਕਮੀ ਆ? ਬਹੁਤ ਨੇ, ਬਹੁਤ ਸਿਆਣੇ ਲੋਕ ਬੈਠੇ ਨੇ ਯੂਨੀਵਰਸਿਟੀਆਂ ਤੋਂ PhD ਕਰਕੇ, ਬਹੁਤ ਚੰਗੇ ਚੰਗੇ, ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿਉਂਕਿ ਇਲੈਕਸ਼ਨਾਂ ਇੰਨੀਆਂ ਮਹਿੰਗੀਆਂ ਕਰਤੀਆਂ ਨਾ ਬਾਦਲਾਂ ਤੇ ਕੈਪਟਨਾਂ ਨੇ। MLA ਵੱਲ ਨੂੰ ਤਾਂ ਮੂੰਹ ਹੀ ਨਹੀਂ ਕਰਦਾ, ਸਰਪੰਚੀ ਵੱਲ ਵੀ ਮੂੰਹ ਨਹੀਂ ਕਰਦਾ। ਕਿਹੜਾ ਬੰਦਾ 4-5 ਕਰੋੜ ਰੁਪਈਆ MLA ਤੇ ਖਰਚੇ ਤੇ ਅਸੈਂਬਲੀ ਦੇ ਵਿੱਚ ਜਾਵੇ? ਇਹਨਾਂ ਨੇ ਇੰਨੀਆਂ ਮਹਿੰਗੀਆਂ ਕਰਤੀਆਂ, ਦਾਇਰਾ ਹੀ ਤੁਹਾਨੂੰ ਬਾਹਰ ਕੱਢ ਦਿੱਤਾ ਚੰਗੇ ਬੰਦਿਆਂ ਨੂੰ ਸਾਰਿਆਂ ਨੂੰ। ਸੋ ਸੋਲਿਊਸ਼ਨ ਜਿਹੜਾ ਪਹਿਲੇ ਪੜਾਅ ਦਾ ਸੋਲਿਊਸ਼ਨ, ਉਹ ਅਕਾਲੀ ਦਲ ਨੂੰ ਜਿਹੜਾ ਖਲਾਅ ਪੈਦਾ ਕੀਤਾ, ਵੈਕਿਊਮ ਕ੍ਰੀਏਟ ਕੀਤਾ, ਉਹਨੂੰ ਭਰਨ ਵਾਸਤੇ ਇੱਕ ਅੱਛੀ ਖੇਤਰੀ ਪਾਰਟੀ ਵੱਲ ਨੂੰ ਵਧਣ ਦੀ ਅੱਜ ਲੋੜ ਆ। ਤੇ ਮੈਂ ਜਿੱਦਾਂ ਕਿਹਾ ਕਿ ਸਭ ਤੋਂ ਪਿੱਛੇ ਖੜਾ ਹੋ ਕੇ ਮੈਂ ਉਹਦੇ ਲਈ ਪੂਰਾ ਜਿੰਨਾ ਦਿਨ ਰਾਤ ਨੂੰ ਕਰ ਸਕਦੇ ਹਾਂ, ਕਿਉਂਕਿ ਮੈਨੂੰ ਦੁੱਖ ਹੁੰਦਾ ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਬਾਥਰੂਮ ਸਾਫ਼ ਕਰਦੇ ਨੇ। ਸਾਨੂੰ ਦੁੱਖ ਲੱਗਦਾ ਚੰਗੇ ਚੰਗੇ ਘਰਾਂ ਦੇ ਬੱਚੇ ਜਾ ਕੇ ਉੱਥੇ ਮੀਨੀਅਲ ਜੌਬਸ, ਕਲਾਸ 4 ਜਿਹਨੂੰ ਕਹਿੰਦੇ ਆ, ਛੋਟੇ ਛੋਟੇ ਕੰਮ ਕਰਦੇ ਨੇ। ਕਿਉਂ ਗਏ ਨੇ? ਮਜਬੂਰੀ, ਹਨੇਰਾ। ਇਸ ਕਰਕੇ ਆਪਾਂ ਸਭ ਨੂੰ ਕਰਨਾ ਚਾਹੀਦਾ। ਅਖੀਰਲੀ ਇੱਕ ਗੱਲ ਰਹਿ ਚੱਲੀ ਸੀ, ਲਾਸਟ ਛੋਟੀ ਕਰਕੇ ਕਰ ਦਿੰਦੀ ਆ। ਪੰਜਾਬ ਦੀ ਆਰਥਿਕ ਤਰੱਕੀ, ਖੇਤੀ ਤਰੱਕੀ, ਵਪਾਰਕ ਤਰੱਕੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੁਹਾਡਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲੇਗਾ। ਇਹ ਪਾਕਿਸਤਾਨ ਵਿਗਾੜ ਕੇ ਰੱਖਦੇ ਨੇ। ਹਵੇ 24 ਘੰਟੇ ਇਮਰਾਨ ਖਾਨ ਨੇ ਆਪਣੇ ਵੱਲੋਂ ਇਹਨਾਂ ਦਾ ਪਾਇਲਟ ਮੋੜਿਆ। ਉਹ ਜਿੰਨਾ ਕੁਝ ਕਰ ਸਕਦਾ ਸੀ ਆਪਣੇ ਹਾਲਾਤਾਂ ਦੇ ਵਿੱਚ ਉਹਨੇ ਕੀਤਾ, ਪਰ ਇਹ ਜਾਣ ਕੇ ਉਹਨੂੰ ਠੋਕੀ ਤੁਰੇ ਆਉਂਦੇ ਨੇ। ਦੁਬਾਰਾ ਪ੍ਰਚਾਰ ਕਰੀ ਸਾਡੇ ਟੈਲੀਵਿਜ਼ਨ ਚੈਨਲ ਤੇ ਖਰੇ ਕਮਲੇ ਹੋਏ ਨੇ। ਆਹ ਵਾਲੇ ਨਹੀਂ ਯਾਰ, ਉਤਲੇ ਵਾਲੇ। ਉਹ ਕਦੀ ਸੁਸ਼ਾਂਤ, ਕਦੀ ਰੀਆ ਦੇ ਮਗਰ। ਉਹ ਇੱਕ ਦਿਨ बेचारा और रिया के घर को पिज़्ज़ा लेके चले, कहाँ जा रहे हो, कौन है ये, क्या नाम है तेरा? ला पिज़्ज़ा लेने वाले कमला कर दिता बेचारे ਨੂੰ। सारा दिन सनसनी खबर, बड़ी खबर तो चूहे की खबर भी नहीं होंगी मेरे वीरो। आ किसानों का इकट्ठ नहीं कभी दिखाउणगे नैशनल टैलीविजन। इसलिए जब तक पाकिस्तान के नाल व्यापार का बॉर्डर नहीं खुलेगा, छेती दे के आर्थिक हल अपना होण। साडियां फसलों के कई गुणा भाव ने उधर, गन्ने का, कणक का, हर एक चीज़ का भाव 2-3 गुणा साडा हो सकता जे आ रूट खुल जाए। इहनूं पुराना कहंदे सी सिल्क रूट। ये सारा रशिया तक जाता वा, अजरबैजान, ईरान, इराक, उज़बेकिस्तान उत्ते तक। तुहानूं याद होगा पुराने कुछ बंदे बैठे हथ खड़े करो, याद है एक बार 1980 के दहाके च आलू लैण ईरान के ट्रक आए सी एयर कंडीशन, किसी को याद है कि नहीं याद है? दस्सो जरा। याद हो? देखो बैठे जल्द वो तो तक नहीं अपना हल होना। सो ज़्यादा समा लैण की माफ़ी मंगदा वां। ਜਿਹੜੇ ਵੀ ਬੁਲਾਰਿਆਂ ਨੇ ਬੋਲਣਾ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗਦਾ। ਪ੍ਰਬੰਧਕਾਂ ਤੋਂ ਵੀ ਮੈਂ ਤੁਹਾਡਾ ਬਹੁਤ ਰਿਣੀ ਆ ਕਿ ਤੁਸੀਂ ਲੱਗੇ ਹੋਏ ਹੋ। ਅਸੀਂ ਜਿੰਨੇ ਜੋਗੇ ਤੁਹਾਡੇ ਨਾਲ ਆ ਮੇਰੇ ਵੀਰੋ, ਤਗੜੇ ਹੋ ਕੇ ਲੱਗੇ ਰਹੋ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਦਿਨ ਜ਼ਰੂਰ ਆਵੇਗਾ
ਜਿੱਦਣ ਆਪਣੀ ਅਲਟੀਮੇਟ ਫਤਿਹ ਹੋਵੇਗੀ। ਟਾਈਮ ਤਾਂ ਲੱਗ ਸਕਦਾ ਵਾ, ਪਰ ਆਵੇਗੀ ਜ਼ਰੂਰ। ਤੁਹਾਨੂੰ ਮੈਂ ਕਹਿ ਸਕਦਾ ਉਨੀ ਦੇਰ ਇੱਕ ਇੱਕ ਪੜਾਅ ਦੀ ਕਰਕੇ ਲੜਾਈ ਲੜੀ ਚਲੋ, ਤੇ ਸਾਹ ਜਿਹੜਾ ਹੈਗਾ ਉਸ ਨੂੰ ਨਾ ਛੱਡੋ।